ਆਪਾਂ ਦੋ ਚਾਰ ਹੁਣ ਆਪਾਂ ਗੱਲਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਹੁਣ ਆਪਾਂ ਕਰਨਾ ਕੀ ਹੈ। ਸਮੱਸਿਆ ਆ ਗਈ ਬੂਟੇ ਦੀ ਆਪਣਾ ਪਛਾਣ ਕਿਸ ਤਰ੍ਹਾਂ ਕਰਨੀ ਆ। ਦੇਖੋ ਤੁਹਾਡੇ ਚਾਹੇ ਤੰਦਰੁਸਤ ਬਾਗ ਆ, ਚਾਹੇ ਤੁਹਾਡੇ ਪੁਰਾਣੇ ਬਾਗ ਆ, ਜਾਂ ਤੁਸੀਂ ਨਵਾਂ ਲਾਇਆ ਬੂਟਾ, ਪਹਿਲੀ ਪਛਾਣ ਹੈ ਕਿ ਹੁਣ ਫਰਵਰੀ ਐਂਡ ਜਾਂ ਮਾਰਚ ਦੇ ਵਿੱਚ ਫੁੱਲ ਆਉਣਾ। ਜਿਹੜੇ ਬੂਟੇ ਨੂੰ ਤੁਹਾਨੂੰ ਲੱਗਦਾ ਕਿ ਬੇਮਤਲਬ ਦਾ ਜ਼ਿਆਦਾ ਫੁੱਲ ਆਇਆ, ਬਿਨਾਂ ਮਤਲਬ ਤੋਂ ਉਹਦੇ ਬਹੁਤ ਜ਼ਿਆਦਾ ਫਲਾਵਰਿੰਗ ਆ, ਚਿੱਟਾ ਹੋ ਗਿਆ, ਐਕਸੈਸਿਵ ਫਲਾਵਰਿੰਗ ਹੈਗੀ ਆ, ਇਹ ਸਮਝ ਲਓ ਵੀ ਉਹਦੇ ਵਿੱਚ ਇਹ ਪ੍ਰੋਬਲਮ ਹੋ ਸਕਦੀ ਆ। ਕਿਉਂਕਿ ਜਿਹੜੇ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਪ੍ਰੋਬਲਮ ਆ ਉਹ ਸਟ੍ਰੈਸ ਚਲਾ ਜਾਂਦਾ, ਸਟ੍ਰੈਸ ਦੇ ਵਿੱਚ ਉਹਦੇ ਬਹੁਤ ਸਾਰੇ ਫਲਾਵਰਿੰਗ ਹੁੰਦੀ ਆ। ਸੋ ਪਹਿਲਾ ਕੰਮ ਇਹ ਕਰਨਾ ਹੈ ਕਿ ਉਹਨੂੰ ਹਲਕੀ ਜਿਹੀ ਛੰਗਾਈ ਕਰ ਲਓ ਜਾਂ ਉਹਨੂੰ ਥੱਲੇ ਦਵਾਈ ਪਾ ਦਿਓ। ਉਸ ਤੋਂ ਬਾਅਦ ਦੂਜਾ ਸਿੰਪਟਮ ਕੀ ਹੁੰਦਾ ਹੈ ਕਿ ਪੱਤੇ ਦੇ ਵਿੱਚ ਚਮਕ ਘਟ ਜਾਂਦੀ ਆ। ਅਪ੍ਰੈਲ ਮਈ ਦੇ ਵਿੱਚ ਦੇਖੋ ਜਿਸ ਤਰ੍ਹਾਂ ਆਪਣਾ ਪੱਤਾ ਕਿੰਨੂ ਦਾ ਚਮਕਦਾ ਹੈ, ਜਿਹੜੇ ਬੂਟਿਆਂ ਦੇ ਵਿੱਚ ਪ੍ਰੋਬਲਮ ਆ ਉਹਦੀ ਜਿਹੜੀ ਹੈਗੀ ਆ ਚਮਕ ਘਟ ਜਾਂਦੀ ਹੈ ਜਾਂ ਗਾਇਬ ਹੋ ਜਾਂਦਾ, ਡਲ ਗ੍ਰੀਨ ਜਿਹਾ ਹੋ ਜਾਂਦਾ ਉਹ। ਠੀਕ ਆ। ਉਸ ਤੋਂ ਬਾਅਦ ਉਹਦੇ ਪੱਤੇ ਮੁੜਨੇ ਸ਼ੁਰੂ ਹੋ ਜਾਂਦੇ ਉੱਪਰ ਵੱਲ ਨੂੰ। ਇਸ ਤਰ੍ਹਾਂ ਪੱਤਾ ਜਿਵੇਂ ਆਹ ਪੱਤਾ ਇਹ ਐਂ ਜੇ ਹੋ ਜਾਊਗਾ, ਇਹਦੇ ਕਿਨਾਰੇ ਚੱਕੇ ਜਾਣਗੇ ਅਤੇ ਥੱਲੇ ਨੂੰ ਇਸ ਤਰ੍ਹਾਂ ਲਟਕ ਜੂਗਾ। ਜੁਲਾਈ ਅਗਸਤ ਦੇ ਵਿੱਚ ਇਹਦੇ ਫਲ ਏਡੇ ਏਡੇ ਹੋਣਗੇ, ਉਹ ਬੋਲਾਂ ਬਣ ਜਾਣਗੇ, ਪੋਲੇ ਬਣ ਜਾਣਗੇ, ਪੋਲੇ ਹੋ ਕੇ ਬਸ ਜਦੋਂ ਪੋਲਾ ਹੋ ਗਿਆ ਬੂਟਾ ਕਮਲਾ ਗਿਆ, ਉਸ ਤੋਂ ਬਾਅਦ ਇਹਦਾ ਬਚਣਾ ਚਾਂਸ ਘੱਟ ਹੁੰਦੇ ਆ। ਸੋ ਇਹਦੀ ਮੈਨੇਜਮੈਂਟ ਵਾਸਤੇ ਸਭ ਤੋਂ ਪਹਿਲਾਂ ਆਪਾਂ ਇਹ ਕੰਮ ਕਰਨਾ ਹੈ ਕਿ ਬੂਟੇ ਦੀ ਅਗੇਤੀ, ਜਿੰਨੀ ਅਗੇਤੀ ਪਛਾਣ ਕਰ ਲਾਂਗੇ ਉਹ ਬੂਟਾ ਆਪਣਾ 100% ਗਰੰਟੀਡ ਬਚ ਜੂਗਾ। ਜੇ ਆਪਾਂ ਖੇਤ ਗੇੜਾ ਨਹੀਂ ਮਾਰਿਆ, ਉਹਦੇ 'ਤੇ ਬਹੁਤ ਫੁੱਲ ਆ ਗਏ, ਬਹੁਤ ਫੁੱਲ ਆ ਗਏ ਤਾਂ ਬਹੁਤ ਜ਼ਿਆਦਾ ਫਲ ਵੀ ਆਊਗਾ, ਉਹਦੇ ਪੱਤੇ ਵੀ ਆਪਣੇ ਚਮਕ ਘਟ ਗਈ, ਉਸ ਤੋਂ ਬਾਅਦ ਪੱਤੇ ਕਮਲਾ ਵੀ ਰਹੇ ਆ, ਆਪਾਂ ਉਹਦੇ ਵੱਲ ਤਵੱਜੋ ਨਹੀਂ ਦਿੰਦੇ ਤਾਂ ਅਲਟੀਮੇਟਲੀ ਉਹ ਜੁਲਾਈ ਅਗਸਤ ਨਹੀਂ ਟੱਪੂਗਾ, ਬੂਟਾ ਤੁਹਾਡਾ ਖਤਮ ਹੋ ਜੂਗਾ। ਸੋ ਮੇਰੇ ਕਹਿਣ ਦਾ ਮਤਲਬ ਕਿ ਲਗਾਤਾਰ ਆਪਣੇ ਖੇਤ ਦੇ ਵਿੱਚ ਬਾਗ ਗੇੜਾ ਮਾਰੋ, ਬੂਟੇ ਦੀ ਪਛਾਣ ਕਰੋ। ਇਹ ਨਿਸ਼ਾਨੀਆਂ ਇਹ ਮੈਂ ਸਰਕੂਲੇਟ ਵਟਸਐਪ ਗਰੁੱਪਾਂ ਦੇ ਵਿੱਚ ਵੀ ਕੀਤੀਆਂ ਸੀ ਪਹਿਲਾਂ ਵੀ। ਸੋ ਇਸ ਤਰੀਕੇ ਨਾਲ ਆਪਾਂ ਪਹਿਲਾਂ ਬੂਟੇ ਦੀ ਪਛਾਣ ਕਰ ਲੈਣੀ ਆ, ਫਿਰ ਉਹਨੂੰ ਆਪਾਂ ਜੇ ਅਗੇਤੀ ਸਟੇਜ 'ਤੇ ਸਿਰਫ ਉਹਨੂੰ ਆਪਾਂ ਕਟਾਈ ਕਰਕੇ ਵੀ ਮੈਨੇਜ ਕਰ ਸਕਦੇ ਆ, ਜਾਂ ਉਹਨੂੰ ਥੋੜ੍ਹੀ ਜਿਹੀ ਦਵਾਈ ਜਿਹੜੀ ਵੀਟਾਵੈਕਸ ਦੀ ਪਾ ਦਿਓ। ਠੀਕ ਹੈ ਨਾ, ਉਹ ਬੂਟਾ ਤੁਹਾਡਾ ਮੈਨੇਜ ਹੋ ਜੂਗਾ। ਜੇ ਬੂਟਾ ਕਮਲਾ ਗਿਆ, ਅਗਲੀ ਸਟੇਜ 'ਤੇ ਚਲਾ ਗਿਆ, ਉਹਨੂੰ ਫਲ ਜ਼ਿਆਦਾ ਲੱਗਿਆ ਤਾਂ ਆਪਾਂ ਨੂੰ ਫਲ ਉਹਦਾ ਤੋੜਨਾ ਪਊਗਾ। ਜੇ ਉਸ ਤੋਂ ਅਗਲੀ ਸਟੇਜ 'ਤੇ ਚਲਾ ਗਿਆ ਫਿਰ ਆਪਣੀ ਉਹਦੀ ਕਟਾਈ ਕਰਨੀ ਪਊਗੀ। ਬੂਟਾ ਕੱਟੋਗੇ, ਉਹਦਾ ਫਲ ਉਤਾਰੋਗੇ, ਰੂਟ ਸ਼ੂਟ ਬੈਲੈਂਸ ਕਰੋਗੇ, ਫਿਰ ਉਹ ਬੂਟਾ ਬਚੂਗਾ, ਨਹੀਂ ਬੂਟਾ ਉਹ ਸੁੱਕ ਜੂਗਾ। ਕੁਛ ਇਹਦੇ ਹੋਰ ਕਾਰਨ ਥੋੜ੍ਹੇ ਜਿਹੇ ਮੈਂ ਦੱਸਿਆ, ਜਿਸ ਤਰ੍ਹਾਂ ਪਹਿਲਾਂ ਡਾਕਟਰ ਪਠਾਨੀਆ ਨੇ ਬੜਾ ਵਧੀਆ ਲੈਕਚਰ ਦਿੱਤਾ ਹੈ ਕਿ ਆਪਣਾ ਬੂਟੇ ਦੀ ਕਮਜ਼ੋਰੀ ਦਾ ਮਤਲਬ ਕੀ ਆ ਕਿ ਉਹਨੂੰ ਕਮਜ਼ੋਰ ਬੰਦਾ ਉਦੋਂ ਹੁੰਦਾ ਜਦੋਂ ਉਹਨੂੰ ਪ੍ਰੋਪਰ ਖੁਰਾਕ ਨਾ ਮਿਲੇ। ਠੀਕ ਹੈ ਨਾ, ਮਾੜਾ ਢੱਗਾ 36 ਰੋਗ। ਠੀਕ ਹੈ ਨਾ, ਜਦੋਂ ਉਹਨੂੰ ਖੁਰਾਕ ਨਾ ਮਿਲੇ ਜਾਂ ਸਹੀ ਟਾਈਮ 'ਤੇ ਖੁਰਾਕ ਨਾ ਮਿਲੇ ਉਦੋਂ ਉਹਨੂੰ ਬਿਮਾਰੀ ਚਿੰਬੜ ਦੇ ਚਾਂਸ ਜ਼ਿਆਦਾ ਆ। ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕਰ ਰਿਹਾ ਸੀ, ਉਸ ਤੋਂ ਬਾਅਦ ਚਲੋ ਆਪਣਾ ਡਿਸਕੰਟੀਨਿਊ ਹੋ ਗਿਆ। ਨਾਈਟ੍ਰੋਜਨ ਦੀ ਆਪਾਂ ਗੱਲ ਕਰ ਲਈ ਵੀ ਬਹੁਤ ਜ਼ਰੂਰੀ ਆ, ਡਾਕਟਰ ਪਠਾਨੀਆ ਨੇ ਵੀ ਦੱਸਿਆ। ਦੂਸਰੀ ਫਾਸਫੋਰਸ ਦੀ ਗੱਲ, ਤੁਸੀਂ DAP ਛੱਡ ਦਿਓ ਬਿਲਕੁਲ ਬਾਗਾਂ ਨੂੰ ਪਾਉਣੀ, ਉਹਦੀ ਥਾਂ 'ਤੇ ਜਿਹੜਾ ਹੈਗਾ ਸੁਪਰ ਦਾ ਜਿਹੜਾ ਹੈਗਾ ਉਹ ਇੱਕ ਫਾਇਦਾ ਨਹੀਂ, ਉਹ ਕਈ ਗੁਣਾ ਫਾਇਦੇ ਆ ਉਹਦੇ। ਠੀਕ ਹੈ ਨਾ, DAP ਆਪਾਂ ਕਹਿੰਦੇ ਆ ਜੇ ਆਪਣੀ ਅੱਧਾ ਕਿਲੋ ਆਪਾਂ ਪਾਉਂਦੇ ਆ ਤਾਂ ਸੁਪਰ ਆਪਾਂ ਨੂੰ 3 ਕਿਲੋ ਪਾਉਣੀ ਪਊਗੀ, 3 ਗੁਣਾ ਜ਼ਿਆਦਾ। ਉਹਦੇ ਉਨੇ ਹੀ ਜ਼ਿਆਦਾ ਦਾਣੇ ਹੋਣਗੇ, ਡਿਸਟਰੀਬਿਊਸ਼ਨ ਬੂਟੇ ਦੇ ਥੱਲੇ, ਜੜ੍ਹਾਂ ਦੇ ਥੱਲੇ ਜ਼ਿਆਦਾ ਹੋਊਗੀ। ਠੀਕ ਆ, ਕਿਤੇ ਇੱਕ ਥਾਂ 'ਤੇ ਇੱਕ ਦਾਣਾ ਡਿੱਗਿਆ, ਕਿਤੇ ਉੱਥੇ ਉਹਨੇ ਥਾਂ 'ਤੇ 3 ਦਾਣੇ ਡਿੱਗੇ, 3 ਗੁਣਾ ਉਹਦੀ ਜ਼ਿਆਦਾ ਡਿਸਟਰੀਬਿਊਸ਼ਨ ਹੋਊਗੀ। ਉਹਦੇ ਵਿੱਚ 11% ਸਲਫਰ ਹੁੰਦੀ ਆ। ਸਲਫਰ ਇੱਕ ਮੰਨਿਆ ਪ੍ਰਮੰਨਿਆ ਫੰਗੀਸਾਈਡ ਆ ਜਿਹੜੀਆਂ ਉੱਲੀ ਵਾਲੀਆਂ ਬਿਮਾਰੀਆਂ ਨੂੰ ਰੋਕਦਾ ਹੈ। ਬੇਰਾਂ ਦੇ ਉੱਤੇ ਆਪਾਂ ਸਲਫਰ ਦੀ ਸਪਰੇਅ ਕਰਦੇ ਹਾਂ ਕਿ ਉਹਨੂੰ ਚਿੱਟੋਂ ਲੱਗਦੀਆਂ। ਅੰਬਾਂ ਦੇ ਉੱਤੇ ਪਾਊਡਰੀ ਮਿਲਡੂ ਪੈਂਦਾ, ਉਹਦੇ ਵਾਸਤੇ ਵੀ ਆਪਾਂ ਸਲਫਰ ਦੀ ਸਪਰੇਅ ਕਰਾਉਂਦੇ ਹਾਂ। ਇਹ ਤੁਹਾਨੂੰ ਖਾਦਾਂ ਦੇ ਵਿੱਚ ਸਲਫਰ ਮਿਲਦੀ ਹੈ, ਸੁਪਰ ਦੇ ਵਿੱਚ ਸਲਫਰ ਮਿਲਦੀ ਹੈ। 21% ਇਹਦੇ ਵਿੱਚ ਕੈਲਸ਼ੀਅਮ ਹੁੰਦਾ। ਠੀਕ ਹੈ ਨਾ, ਕੈਲਸ਼ੀਅਮ ਵਾਲੀ ਮਸਲਾ ਹੱਲ ਆ, ਸਲਫਰ ਵਾਲਾ ਵੀ ਮਸਲਾ ਹੱਲ ਆ, ਡਿਸਟਰੀਬਿਊਸ਼ਨ ਵੀ ਜ਼ਿਆਦਾ ਆ, ਔਰ ਇਹ pH ਵੀ ਘਟਾਉਣ ਦੇ ਵਿੱਚ ਕਾਫੀ, ਕਿਉਂਕਿ ਸਲਫਰ ਜ਼ਿਆਦਾ pH ਘਟਾਊਗਾ। ਸੋ ਕਹਿਣ ਦਾ ਮਤਲਬ ਅੱਜ ਤੋਂ ਤੁਸੀਂ ਜਿਹੜੀ ਹੈਗੀ ਆ ਇਹ ਬਿਲਕੁਲ ਬੰਦ ਕਰ ਦੇਣੀ ਹੈ DAP। ਹੁਣ ਆਉਣ ਵਾਲਾ ਸਮਾਂ ਉਹ ਸਲਫਰ ਪਾਓ, ਆਪਣਾ ਸਿੰਗਲ ਸੁਪਰ ਫਾਸਫੇਟ ਪਾਓ। ਦੂਸਰੀ ਗੱਲ, ਜਿਸ ਤਰ੍ਹਾਂ ਪਹਿਲਾਂ ਡਾਕਟਰ ਸਾਹਿਬ ਨੇ ਵੈਸੇ ਡਿਸਕਸ ਕੀਤਾ, ਥੋੜ੍ਹਾ ਮੈਂ ਦੁਬਾਰਾ ਉਸ 'ਤੇ ਵੀ ਤਵੱਜੋ ਦੇਵਾਂਗਾ। ਇਸ ਏਰੀਆ ਦੇ ਵਿੱਚ ਅਸੀਂ ਸਰਵੇ ਕੀਤਾ ਸੀਗਾ ਸਾਰੇ ਤੱਤਾਂ ਦਾ। ਆਪਾਂ ਨੂੰ ਮਿੱਟੀ ਦੇ ਵਿੱਚ ਫਾਸਫੋਰਸ ਦੀ ਮਾਤਰਾ ਚਾਹੀਦੀ ਆ 5.5 ਤੋਂ ਲੈ ਕੇ 16 ਉਹਦੀ ਵੈਲਿਊ ਆ। 5.5 ਤੋਂ 16 ਕਿਲੋਗ੍ਰਾਮ ਪਰ ਹੈਕਟੇਅਰ ਵੈਲਿਊ ਆ।
इस रेंज दे विच जे अपनी ਜ਼ਮੀਨ ਦੇ ਵਿੱਚ ਫਾਸਫੋਰਸ ਹੋਵੇ ਤਾਂ ਆਪਣੀ ਤੰਦਰੁਸਤ ਆ ਜ਼ਮੀਨ। ਇਸ ਏਰੀਆ ਦੇ ਵਿੱਚ 60-70 ਚੱਲ ਰਹੀ ਆ ਬਹੁਤੇ ਬਾਗਾਂ ਦੇ ਵਿੱਚ 60 ਕਿਲੋ 70 ਕਿਲੋ। ਜਿਹੜੀ ਆਪਾਂ 5 ਤੋਂ ਲੈ ਕੇ 16 ਰੇਂਜ ਆ ਉਹ ਤੁਹਾਡੀ 60-70 ਕਿਲੋ ਚੱਲ ਰਹੀ ਆ। ਆਪਾਂ 3-3 ਕਿਲੋ DAP ਫਿਰ ਸਿੱਟੀ ਜਾਂਦੇ ਉਹਨੂੰ। ਜਦੋਂ ਆਪਾਂ DAP ਜ਼ਿਆਦਾ ਪਾਵਾਂਗੇ ਉਹਨੇ ਤੁਹਾਡੀ ਜ਼ਿੰਕ ਵੀ ਬੂਟੇ ਦੇ ਵਿੱਚ ਨਹੀਂ ਜਾਣ ਦੇਣੀ, ਉਹਨੇ ਪੋਟਾਸ਼ ਵੀ ਬੂਟੇ ਦੇ ਵਿੱਚ ਨਹੀਂ ਜਾਣ ਦੇਣੀ, ਉਹਨੇ ਆਇਰਨ ਵੀ ਬੂਟੇ ਦੇ ਵਿੱਚ ਨਹੀਂ ਜਾਣ ਦੇਣਾ, ਉਹਨੇ ਕੈਲਸ਼ੀਅਮ ਵੀ ਬੂਟੇ ਦੇ ਵਿੱਚ ਨਹੀਂ ਜਾਣ ਦੇਣਾ, ਉਹਨੇ ਮੈਗਨੀਸ਼ੀਅਮ ਵੀ ਬੂਟੇ ਦੇ ਵਿੱਚ ਨਹੀਂ ਜਾਣ ਦੇਣਾ। ਸੋ ਸਭ ਤੋਂ ਜ਼ਰੂਰੀ ਆ ਕਿ ਤੁਸੀਂ ਬਾਗਾਂ ਦੇ ਵਿੱਚ ਆਪਣੀ ਮਿੱਟੀ ਦੀ ਜਿਹੜੀ ਪਰਖ ਆ ਉਹ ਕਰਵਾਓ। ਔਰ ਉਹਦਾ ਟਾਈਮ ਆ ਹੈ ਨਵੰਬਰ ਦਸੰਬਰ ਹੁਣ ਚੱਲ ਰਿਹਾ ਹੈ, ਕਿਉਂਕਿ ਇਸ ਤੋਂ ਬਾਅਦ ਆਪਾਂ ਰੂੜੀ ਪਾ ਲਾਂਗੇ, ਫਿਰ ਰੂੜੀ ਨੇ ਤਾਂ ਆਪਣਾ ਖਰਾਬ ਕਰ ਦੇਣਾ। ਕਿਉਂਕਿ ਇਸ ਟਾਈਮ ਬੂਟੇ ਦੇ ਵਿੱਚੋਂ ਜਿੰਨੀ ਖੁਰਾਕ ਨਿਕਲਣੀ ਸੀ, ਪੱਤਿਆਂ ਨੇ ਲੈਣੀ ਸੀ, ਫਲਾਂ ਨੇ ਲੈਣੀ ਸੀ, ਉਹ ਆਲਮੋਸਟ ਨਿਕਲ ਗਈ ਆ। ਠੀਕ ਹੈ ਨਾ। ਹੁਣ ਜ਼ਮੀਨ ਦੇ ਵਿੱਚ ਜਿਹੜੀ ਖੁਰਾਕੀ ਤੱਤ ਆ ਉਹਨੂੰ ਆਪਾਂ ਵਧਾਉਣਾ ਹੈ, ਟੈਸਟ ਬੇਸਡ ਵਧਾਉਣਾ ਹੈ। ਜ਼ਰੂਰੀ ਨਹੀਂ ਤੁਹਾਡੀ ਜਿਹੜੀ ਹੈਗੀ ਆ ਫਾਸਫੋਰਸ ਜੇ 16 ਤੱਕ ਚਾਹੀਦੀ ਆ ਉਹ 60 ਆ ਰਹੀ ਆ, ਤੁਹਾਨੂੰ ਘਟਾ ਦਿਓ, ਵਾਧੂ ਖਰਚਾ ਘਟਾਓ। ਬੂਟੇ ਨੂੰ ਜ਼ਿੰਕ ਆਪੇ ਮਿਲਣ ਲੱਗ ਜੂਗੀ, ਬੂਟੇ ਨੂੰ ਹੋਰ ਤੱਤ ਆਪੇ ਮਿਲਣ ਲੱਗ ਜਾਣਗੇ। ਇਸੇ ਤਰ੍ਹਾਂ ਪੱਤਿਆਂ ਦੀ ਜਿਹੜੀ ਪਰਖ ਆ, ਕਈ ਵਾਰੀ ਇਹ ਹੁੰਦਾ ਵੀ ਜ਼ਮੀਨ ਦੇ ਵਿੱਚ ਪਈ ਆ, ਬੂਟੇ ਦੇ ਪੱਤਿਆਂ ਦੇ ਵਿੱਚ ਉਹ ਖੁਰਾਕ ਜਾਂਦੀ ਨਹੀਂ, ਕਿਉਂਕਿ ਆਪਾਂ ਮਿੱਟੀ ਦੇ ਵਿੱਚ ਸਾਰੇ ਤੱਤਾਂ ਦਾ ਇੰਬੈਲੈਂਸ ਕਰ ਲਿਆ। ਆਰਗੈਨਿਕ ਖਾਦ ਪਾ ਨਹੀਂ ਰਹੇ, 2-3 ਤੱਤਾਂ 'ਤੇ ਆਪਾਂ ਜ਼ੋਰ ਦਿੱਤਾ, ਉਹੀ ਸਿੱਟੀ ਜਾਂਦੇ ਵਾਰੀ ਔਰ ਬੇਟਾਈਮੇ ਸਿੱਟੀ ਜਾਂਦੇ ਆ। ਉਹਨਾਂ ਨੇ ਵੀ ਦੱਸਿਆ, ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਦਿੰਦਾ ਹੈ ਕਿ ਨਾਈਟ੍ਰੋਜਨ ਦੀ ਉਦੋਂ ਜ਼ਰੂਰਤ ਹੁੰਦੀ ਆ ਜਦੋਂ ਫੁੱਲ ਆਉਣੇ ਹੋਣ ਜਾਂ ਫਲਾਂ ਦਾ ਸਾਈਜ਼ ਸ਼ੁਰੂਆਤ ਦੇ ਵਿੱਚ ਵਧਣਾ ਹੋਵੇ। ਇਸੇ ਕਰਕੇ ਅਸੀਂ ਅੱਧ ਫਰਵਰੀ ਅਤੇ ਅੱਧ ਅਪ੍ਰੈਲ ਦੇ ਵਿੱਚ ਕਹਿੰਦੇ ਹਾਂ ਕਿ ਪਾਓ ਹੀ ਪਾਓ ਯੂਰੀਆ, ਉਹਦੇ ਨਾਲ ਤੁਹਾਡੇ ਫੁੱਲ ਫਲ ਚੰਗੇ ਬਣਨਗੇ। ਇਸੇ ਤਰ੍ਹਾਂ ਜਿਹੜੀ ਫਾਸਫੋਰਸ ਆ ਉਹ ਜ਼ਮੀਨ ਦੇ ਵਿੱਚ ਪਈ ਰਹਿੰਦੀ ਆ, ਕੋਈ ਇਸ਼ੂ ਨਹੀਂ ਹੈਗਾ, ਉਹ ਵੀ ਤੁਸੀਂ ਜਿੰਨੀ ਫਾਸਫੋਰਸ ਪਾਉਣੀ ਆ ਉਹ ਅੱਧ ਫਰਵਰੀ ਦੇ ਵਿੱਚ ਪਾ ਦਿਓ। ਸੋ ਇਹ ਪਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਹੈ, ਅਤੇ ਜਦੋਂ ਆਪਾਂ ਟੈਸਟ ਕਰਾਉਣਾ ਉਹਦਾ ਸੈਂਪਲ ਲੈਣ ਦਾ ਤਰੀਕਾ ਵੀ ਸਹੀ ਹੋਣਾ ਚਾਹੀਦਾ। ਇਹ ਨਹੀਂ ਹੈਗਾ ਆਪਾਂ ਬੂਟੇ ਦੇ ਖਾਦ ਆਪਾਂ ਬੂਟੇ ਦੀ ਛਤਰੀ 'ਤੇ ਪਾਈ ਜਾਂਦੇ ਹਾਂ ਅਤੇ ਆਪਾਂ ਸੈਂਪਲ ਬੂਟਿਆਂ ਦੀਆਂ ਲਾਈਨਾਂ ਦੇ ਵਿਚਾਲੋਂ ਲਈ ਜਾਂਦੇ ਹਾਂ, ਉਹ ਸਾਰਾ ਮਿਸਮੈਚ ਹੋ ਜਾਊਗਾ। ਠੀਕ ਹੈ। ਜਦੋਂ ਵੀ ਆਪਾਂ ਸੈਂਪਲ ਲੈਣਾ, ਸੈਂਪਲ ਉੱਥੋਂ ਲੈਣਾ ਜਿੱਥੇ ਬੂਟੇ ਦੀਆਂ ਫੀਡਰ ਰੂਟਸ ਜ਼ਿਆਦਾ ਹੁੰਦੀਆਂ, ਔਰ ਦੂਸਰਾ ਜਿਹੜਾ ਹੈਗਾ ਉੱਥੇ ਆਪਾਂ ਜ਼ਿਆਦਾ ਖਾਦ ਖੁਰਾਕ ਪਾਉਂਦੇ, ਬਿਲਕੁਲ ਕਨੋਪੀ ਦੇ ਸੈਂਟਰ 'ਚੋਂ, ਮੁੱਢ ਤੋਂ 3-4-5 ਫੁੱਟ ਦੂਰ, ਬਾਹਰਲੀ ਛਤਰੀ ਤੋਂ 2.5-3 ਫੁੱਟ ਅੰਦਰ, ਉੱਥੋਂ ਆਪਾਂ ਸੈਂਪਲ ਲਵਾਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਿੱਥੇ ਮੇਰੀਆਂ ਜੜ੍ਹਾਂ ਬੂਟੇ ਦੀਆਂ ਖੁਰਾਕ 'ਤੇ ਪਾਣੀ ਲੈ ਰਹੀਆਂ ਉੱਥੇ ਕੀ ਸਟੇਟਸ ਆ, ਔਰ ਉਹਦਾ ਸੈਂਪਲ ਕਰਾਉਣ ਦਾ ਜਿਹੜਾ ਹੈਗਾ ਸਮਾਂ ਹੋਣਾ, ਉਹ ਤੁਸੀਂ ਸਾਰੇ ਬਾਗਬਾਨ ਵੀਰ ਇੱਥੇ ਤੁਹਾਡੇ ਕੋਲ ਬੜੇ ਲੱਕੀ ਹੈ, ਬਹੁਤ ਅੱਛੀ ਲੈਬ ਚੱਲ ਰਹੀ ਆ, ਸਾਰੇ ਆਪਦੀ ਮਿੱਟੀ ਦੀ ਟੈਸਟ ਕਰਾਓ ਔਰ ਰਿਪੋਰਟ ਜਿਹੜੀ ਹੈਗੀ ਆ ਉਸ ਬੇਸ 'ਤੇ ਆਪਾਂ ਹੋਰ ਮਹੀਨੇ ਤੱਕ ਪਾਉਣੀ ਖਾਦ ਪਾਉਣੀ ਆ, ਉਸ ਬੇਸ 'ਤੇ ਪਾਓ। ਬੂਟਿਆਂ ਨੂੰ ਇੰਬੈਲੈਂਸ ਨਾ ਕਰੋ, ਉਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਧੱਕੇ ਨਾਲ ਨਾ ਖਵਾਓ, ਜਿਹੜੀ ਚੀਜ਼ ਨਹੀਂ ਚਾਹੀਦੀ ਉਹ ਬੂਟੇ ਨੂੰ ਮਿਲਦੀ ਨਹੀਂ ਗੀ ਉਹ ਪਾਓ। ਸੋ ਇਹ ਮੇਰੀ ਬੇਨਤੀ ਹੈ। ਇਸੇ ਤਰ੍ਹਾਂ ਪੱਤਿਆਂ ਦੇ ਵਿੱਚ, ਪੱਤਿਆਂ ਦਾ ਆਪਣਾ ਜੁਲਾਈ ਤੋਂ ਅਕਤੂਬਰ ਦਾ ਟਾਈਮ ਹੁੰਦਾ ਹੈ। ਕਈ ਵਾਰੀ ਆਪਾਂ ਉਹਨੂੰ ਕਹਿ ਦਿੰਦੇ ਵੀ ਪੱਤੇ ਆਪਦੇ ਕਾਮੇ ਨੂੰ ਕਹਿਦਾ ਪੱਤੇ ਤੋੜ ਕੇ ਯਾਰ ਉੱਥੇ ਦੇ ਆਈ, ਉਹ ਵੀ ਤੁਹਾਡਾ ਬਿਲਕੁਲ ਗਲਤ ਤਰੀਕਾ ਹੋਊਗਾ। ਜਦੋਂ ਵੀ ਪੱਤਾ ਤੋੜਨਾ ਹੈ ਉਹ ਪੱਤਾ ਫਲ ਦੇ ਨਾਲ ਵਾਲਾ ਤੋੜਨਾ ਹੈ। ਮੰਨ ਲਓ ਜੁਲਾਈ ਅਗਸਤ ਦੇ ਵਿੱਚ ਆਪਣਾ ਐਡਾ ਫਲ ਹੁੰਦਾ ਹੈ, ਫਲ ਦੇ ਨਾਲ ਵਾਲਾ ਪੱਤਾ ਤੋੜਨਾ ਹੈ। ਇਹ ਨਾ ਹੋਵੇ ਵੀ ਅੱਜ ਆਪਾਂ ਜ਼ਿੰਕ ਦੀ ਸਪਰੇਅ ਕੀਤੀ ਆ ਜਾਂ ਬਲਾਈਟੌਕਸ ਦੀ ਸਪਰੇਅ ਕੀਤੀ ਆ ਤਾਂ ਆਪਾਂ ਅਗਲੇ ਦਿਨ ਪੱਤੇ ਲੈ ਲਈਏ, ਉਹਦੇ ਨਾਲ ਤੁਹਾਡੇ ਸਾਰੀ ਰਿਪੋਰਟ ਗੜਬੜ। ਠੀਕ ਹੈ। ਕੋਈ ਸਪਰੇਅ ਨਾ ਕੀਤੀ ਹੋਵੇ, ਘੱਟੋ ਘੱਟ ਹਫ਼ਤਾ 10 ਦਿਨ ਕੋਈ ਸਪਰੇਅ ਨਾ ਕੀਤੀ ਹੋਵੇ। ਫਲ ਦੇ ਨਾਲ ਵਾਲਾ ਪੱਤਾ ਤੋੜਨਾ ਹੈ, ਜ਼ਮੀਨ ਤੋਂ 1.5-2 ਮੀਟਰ ਉਚਾਈ 'ਤੇ ਤੋੜਨਾ ਹੈ, ਬੂਟੇ ਦੇ 4 ਚੁਫੇਰੇ ਤੋੜਨਾ ਹੈ। ਜੇ ਕੋਈ ਬੂਟੇ ਦੇ ਵਿੱਚ ਤੁਹਾਡਾ ਬਾਗ ਦੇ ਵਿੱਚ ਕੋਈ ਮਾੜਾ ਬੂਟਾ ਆ ਗਿਆ, ਫਾਈਟੋਫਥੋਰਾ ਵਾਲਾ ਆ ਗਿਆ, ਉਹਦੇ ਪੱਤੇ ਵਿੱਚ ਨਹੀਂ ਮਿਕਸ ਕਰਨੇ। ਇਹ ਨਾ ਹੋਵੇ ਤੁਹਾਡਾ ਸਾਰਾ ਸੈਂਪਲ ਮੈਂ ਕਹਿਣ ਦਾ ਮਤਲਬ ਕਿ ਜਿਹੜਾ ਸੈਂਪਲ ਹੈ ਨਾ ਉਹ ਰੀਪ੍ਰਜੈਂਟੇਟਿਵ ਹੋਵੇ, ਉਹ ਤੁਹਾਡੇ ਪੂਰੇ ਖੇਤ ਨੂੰ ਰੀਪ੍ਰਜੈਂਟ ਕਰੇ, ਤਾਂ ਕਿ ਤੁਹਾਨੂੰ ਪ੍ਰੋਪਰ ਆਈਡੀਆ ਮਿਲੇ ਮੇਰੇ ਕਿਹੜੇ ਤੱਤ ਦੀ ਘਾਟ ਆ, ਕਿਹੜੇ ਤੱਤ ਦੀ ਬਹੁਤਾਤ ਆ। ਸੋ ਮਿੱਟੀ ਅਤੇ ਪਾਣੀ ਦੀ ਪਰਖ ਦਾ ਤੁਸੀਂ ਰੂਟੀਨ ਬਣਾ ਲਓ ਕਿ ਹਰ ਸਾਲ ਨਹੀਂ ਕਰਾ ਸਕਦੇ ਤਾਂ ਹਰ ਦੂਜੇ ਸਾਲ ਉਹਨੂੰ ਜ਼ਰੂਰ ਕਰਾਓ, ਤਾਂ ਕਿ ਬੇਲੋੜੀਆਂ ਖਾਦਾਂ ਨਾ ਪਾਓ। ਇਹਨਾਂ ਨੇ ਸਵਾਲ ਬੜਾ ਵਧੀਆ ਕੀਤਾ ਸੀ ਕਿ ਬਹੁਤ ਸਾਰੀਆਂ ਸਪਰੇਆਂ ਕਰੀ ਜਾਂਦੇ, ਨਹੀਂ, ਬਿਲਕੁਲ ਇਹ ਹੈ, ਇਹ ਪੱਖ ਆ ਕਿ ਬਹੁਤ ਸਾਰੇ ਜ਼ਿਮੀਂਦਾਰ, ਬਹੁਤ ਸਾਰੇ ਫਾਰਮਰ ਆਪਾਂ ਬੇਲੋੜੀਆਂ ਸਪਰੇਆਂ ਕਰੀ ਜਾਂਦੇ ਹਾਂ, ਕਿਉਂਕਿ ਸਪਰੇਅ ਕਰਨ ਦਾ ਟਾਈਮ ਆ। ਠੀਕ ਹੈ ਨਾ। ਮੰਨ ਲਓ ਆਪਾਂ ਸਪਰੇਅ ਸਿੱਲੇ ਵਾਸਤੇ ਸਪਰੇਅ ਕਰਦੇ, ਫਾਰ ਐਗਜ਼ਾਮਪਲ, ਵੈਸੇ ਤਾਂ ਡਾਕਟਰ ਅਰੋੜਾ ਦੱਸਣਗੇ, ਸਿੱਲੇ ਵਾਸਤੇ ਸਪਰੇਅ ਕਰ ਦਿੰਦੇ ਹਾਂ, ਸਿੱਲਾ ਆ ਗਿਆ, ਨਹੀਂ ਕੰਟਰੋਲ ਕੀਤਾ, ਉਹ ਅਡਲਟ ਬਣ ਗਿਆ। ਠੀਕ ਹੈ ਨਾ। ਆਪਾਂ ਉਹ 'ਤੇ ਸਿਸਟੈਮਿਕ ਕਰੀ ਜਾਂਦੇ ਹਾਂ, ਉਹ ਨਿੰਫ ਮਰ ਜਾਣਗੇ, ਅਡਲਟ ਬਚ ਜਾਣਗੇ। ਠੀਕ ਹੈ ਨਾ। ਫਿਰ ਆਪਾਂ ਅਡਲਟ ਮਾਰਨ ਵਾਲੀ ਕਰ ਲਈ, ਉਹਨੇ ਨਿੰਫ ਨਹੀਂ ਮਾਰੇ, ਉਹ ਨਿੰਫ ਫਿਰ ਹਫ਼ਤੇ 10 ਦਿਨਾਂ ਬਾਅਦ ਅਡਲਟ ਮਰ ਗਿਆ, ਤੁਹਾਡੇ ਖੇਤ ਦੇ ਵਿੱਚੋਂ ਸਿੱਲਾ ਜਾਣਾ ਹੀ ਨਹੀਂ ਗਾ। ਸੋ ਕਹਿਣ ਦਾ ਮਤਲਬ ਕੋਈ ਵੀ ਸਪਰੇਅ
ਉਨੀ ਇੰਪੋਰਟੈਂਟ ਨਹੀਂ ਹੈਗੀ ਜਿੰਨਾ ਉਹਦਾ ਟਾਈਮ ਆਫ ਐਪਲੀਕੇਸ਼ਨ ਇੰਪੋਰਟੈਂਟ ਆ। ਇਸੇ ਤਰ੍ਹਾਂ ਖਾਦਾਂ ਦਾ ਟਾਈਮ ਆਫ ਐਪਲੀਕੇਸ਼ਨ ਇੰਪੋਰਟੈਂਟ ਆ। ਥੋੜ੍ਹਾ ਜਿਹਾ ਤੈਨੂੰ 2-4 ਨੁਕਤੇ, ਵੈਸੇ ਤਾਂ ਤੁਸੀਂ ਸਾਰੇ ਬਹੁਤ ਜਾਣੂ ਆ ਇਸ ਏਰੀਏ ਦੇ, ਬੜੇ ਪਿਤਾ ਪੁਰਖੀ ਜਿਹੜਾ ਕੰਮ ਸਾਲਾਂ ਬੱਧੀ ਚੱਲਦਾ ਹੈ, ਉਹ ਥੋੜ੍ਹਾ ਜਿਹਾ ਮੈਂ ਫਾਸਫੋਰਸ ਬਾਰੇ ਇਸ ਤਰ੍ਹਾਂ, ਬਾਕੀ ਤਾਂ ਚਲੋ ਤੁਹਾਨੂੰ ਮੈਂ ਨਹੀਂ ਡਿਸਕਸ ਕਰੂੰਗਾ। ਫਾਸਫੋਰਸ ਦੀ ਪ੍ਰੋਬਲਮ ਹੈਗੀ ਆ, ਇੰਨੀ ਰੇਂਜ ਜਿਹੜੀ ਹੈਗੀ ਆ 5.5